यस वेल गुड आफ्टरनून स्टूडेंट्स देखो ਆਪਾਂ ਮੈਥ ਦੀ ਪ੍ਰੈਕਟੀਕਲ ਫਾਈਲ ਬਣਾਉਣੀ ਹੈ 12th ਕਲਾਸ तो ਉਹਦੇ ਵਿੱਚ ਦੇਖੋ ਜਿਹੜਾ ਰਿਟਨ ਪੋਰਸ਼ਨ ਸੀਗਾ ਉਹ ਮੈਂ ਦੱਸ ਦਿੱਤਾ ਹੋਇਆ ਤੁਹਾਨੂੰ ਠੀਕ ਹੈ ਉਹਦਾ ਜੋ ਪਲੇਨ ਪੇਜ ਤੇ ਜੋ ਗ੍ਰਾਫਸ ਵਗੈਰਾ ਬਣਾਉਣੇ ਆ ਪੈਨਸਿਲ ਵਰਕ ਕਰਨਾ ਮੈਂ ਉਹਦੇ ਰਿਗਾਰਡਿੰਗ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਪਲੇਨ ਪੇਜ ਦੇ ਆਬਜੈਕਟਿਵ ਮਟੀਰੀਅਲ ਰਿਕੁਆਇਰਡ ਜਾਂ ਆਬਜ਼ਰਵੇਸ਼ਨਲ ਰਿਜ਼ਲਟ ਕੀ ਲਿਖਣਾ ਉਹਦੇ ਰਿਗਾਰਡਿੰਗ ਮੈਂ ਤੁਹਾਨੂੰ ਦੱਸ ਚੁੱਕੀ ਹੋਈ ਹਾਂ ਠੀਕ ਹੈ ਆਫਟਰ ਦੈਟ ਆਮ ਗੋਇੰਗ ਟੂ ਐਕਸਪਲੇਨ ਫਸਟ ਐਕਸਪੈਰੀਮੈਂਟ ਆ ਇਹਦਾ ਤੁਸੀਂ ਪਲੇਨ ਪੇਜ ਤੇ ਲਾਈਨ ਵਾਲੇ ਪੇਜ ਤੇ ਲਿਖ ਚੁੱਕੇ ਹੋ ਤੁਸੀਂ ਲਾਈਨ ਵਾਲੇ ਪੇਜ ਤੇ ਬੱਚੇ ਸੈਂਟਰ ਦੇ ਵਿੱਚ ਜੋ ਇਹ ਫਿਗਰ ਬਣੀ ਹੋਈ ਹੈ ਇਹਨੂੰ ਬਿਲਕੁਲ ਪੈਨਸਿਲ ਸਕੇਲ ਦੇ ਨਾਲ ਜੋ ਹੈ ਠੀਕ ਹੈ ਉਹਦੇ ਉੱਪਰ ਡਰਾ ਕਰ ਲੈਣਾ ਆਪਣੀ ਠੀਕ ਹੈ ਸਿੰਪਲ ਪੈਨਸਿਲ ਸਕੇਲ ਦੇ ਨਾਲ ਲਾਈਨਸ ਜੋ ਹੈ ਡਰਾ ਕਰ ਲੈਣੀਆਂ ਠੀਕ ਹੈ ਇਹਦੀ ਐਕਸਪਲੇਨੇਸ਼ਨ ਵੈਨ ਵੀ ਕੰਡਕਟ ਦ ਐਕਟੀਵਿਟੀਜ਼ ਇਨ ਦਾ ਲੈਬ ਵਰਕ ਨਾ ਉਦੋਂ ਅਸੀਂ ਕਰਾਂਗੇ ਵੀ ਕਿ ਇਹ ਕਿਸ ਤਰੀਕੇ ਦੇ ਨਾਲ ਹੋਇਆ ਬਟ ਫॉर ਦਾ ਟਾਈਮ ਤੁਸੀਂ ਪੈਨਸਿਲ ਸਕੇਲ ਦੇ ਨਾਲ ਇਹਨੂੰ ਆਪਣੀ ਕਾਪੀ ਦੇ ਉੱਪਰ ਡਰਾ ਕਰ ਲਓ ਠੀਕ ਹੈ ਬਾਕੀ ਸਾਰਾ ਕੰਮ ਮੈਂ ਤੁਹਾਨੂੰ ਦੱਸ ਦਿੱਤਾ ਹੋਇਆ ਕਿ ਆਬਜ਼ਰਵੇਸ਼ਨ ਵੀ ਲਿਖਣੀ ਹੈ ਰਿਜ਼ਲਟ ਵੀ ਲਿਖਣਾ ਐਪਲੀਕੇਸ਼ਨ ਵੀ ਲਿਖਣੀ ਹੈ ਕਿੱਥੇ ਲਿਖਣੀ ਕਿੱਦਾਂ ਲਿਖਣੀ ਹੈ ਦੈਟ ਹੈਵ ਆਲਸੋ ਐਕਸਪਲੇਨਡ ਓਕੇ ਸੋ ਨੈਕਸਟ ਇਜ਼ ਦ ਨੈਕਸਟ ਐਕਟੀਵਿਟੀ ਇਜ਼ ਦੀ ਥਰਡ ਐਕਟੀਵਿਟੀ ਜੋ ਤੁਹਾਡੀ ਸਿਲੇਬਸ ਦੇ ਵਿੱਚ ਮੈਂਸ਼ਨ ਹੈ ਇਹਦਾ ਵੀ ਬੱਚੇ ਸਭ ਕੁਝ ਤੁਹਾਨੂੰ ਦੱਸ ਦਿੱਤਾ ਹੋਇਆ ਵਾ ਠੀਕ ਹੈ ਇਹਦੇ ਵਿੱਚ ਬੱਚੇ ਜਿਹੜਾ ਇਹਦੇ ਹੈ ਨਾ ਫੰਕਸ਼ਨਸ ਵਾਲਾ ਪਾਰਟ ਇਹਦਾ ਇਹ ਵਾਲਾ ਹਾਂਜੀ ਇਸ ਵਿੱਚ ਬੱਚੇ ਤੁਸੀਂ ਕੀ ਕਰੋਗੇ ਪਲੇਨ ਪੇਜ ਵਾਲੀ ਸਾਈਡ ਤੇ ਟਾਈਪ ਆਫ ਫੰਕਸ਼ਨਸ ਜੋ ਹੈ ਉਹਨੂੰ ਸਿਰਫ ਉਹਦੀ ਹੈਡਿੰਗ ਦੋਗੇ ਜਿਵੇਂ ਇੱਥੇ ਤੁਸੀਂ ਲਿਖੋਗੇ 1 ਇੰਜੈਕਟਿਵ ਫੰਕਸ਼ਨ ਲਿਖਣ ਤੋਂ ਬਾਅਦ ਆਵਲੀ ਬੱਚੇ ਤੁਸੀਂ ਫਿਗਰ ਬਣਾਓਗੇ ਠੀਕ ਹੈ ਐਵਰੀ ਫਿਗਰ ਜਿਹੜੀ ਹੈ ਤੁਸੀਂ ਕਲਰਫੁਲ ਪੇਪਰ ਦੇ ਨਾਲ ਬਣਾਓਗੇ ਕਲਰਫੁਲ ਪੇਪਰ ਦੇ ਨਾਲ ਇਸ ਤਰੀਕੇ ਨਾਲ ਕਟਿੰਗ ਕਰ ਲੈਣਾ ਉੱਪਰ ਤੋਂ 1 2 3 ਨੰਬਰ ਲਿਖਦੇ ਨੇ ਐਂਡ ਜੁਆਇਨ ਕਰ ਦੇਣਾ ਸਿੰਪਲੀ ਉਹਨੂੰ ਬਲੈਕ ਪੈਨ ਦੇ ਨਾਲ ਤੁਸੀਂ ਉਹਨੂੰ ਜੁਆਇਨ ਕਰ ਦੋਗੇ ਕ੍ਰੀਏਟਿਵਲੀ ਤੁਸੀਂ ਇਹ ਕਿੱਦਾਂ ਕਰ ਸਕਦੇ ਹੋ ਇਹਨੂੰ ਠੀਕ ਹੈ 1 ਫੰਕਸ਼ਨ ਇਸੇ ਤਰੀਕੇ ਦੇ ਨਾਲ ਮੈਨੀ 1 ਫੰਕਸ਼ਨ ਲਿਖੋਗੇ ਇਸ ਤਰੀਕੇ ਦੇ ਨਾਲ ਔਨ ਟੂ ਫੰਕਸ਼ਨ ਹੈ ਨਾ ਐਕਸਪਲੇਨੇਸ਼ਨ ਲਿਖਣ ਦੀ ਜ਼ਰੂਰਤ ਨਹੀਂ ਹੈ ਸਿਰਫ ਆ ਤੁਸੀਂ ਫਿਗਰ ਬਣਾਓਗੇ ਉਹਦੀ ਆਫਟਰ ਦੈਟ ਤੁਸੀਂ ਆਹ ਮੈਂਸ਼ਨ ਕਰੋਗੇ ਇਹ ਦੋਨੋਂ ਚੀਜ਼ਾਂ ਠੀਕ ਹੈ ਇਹਦੇ ਵਿੱਚ ਐਕਚੁਅਲੀ ਆਪਾਂ ਸ਼ੋਅ ਕਰਨਾ ਚਾਹੁੰਦੇ ਕਿ ਫੰਕਸ਼ਨ ਔਨ ਟੂ ਹੈਗਾ ਵਾ ਲਾਈਕ ਜਿਵੇਂ ਹੈ ਨਾ ਫੰਕਸ਼ਨ 1 ਹੈਗਾ ਬਟ ਔਨ ਟੂ ਨਹੀਂ ਹੈ ਠੀਕ ਹੈ ਸੋ ਇਹ ਤੁਸੀਂ ਇਹ ਵਾਲੀ ਫਿਗਰ ਲਾਸਟ 'ਤੇ ਬਣਾ ਕੇ ਲਿਖੋਗੇ ਦ ਗਿਵਨ ਫੰਕਸ਼ਨ ਇਜ਼ ਔਨ ਟੂ but 1 but not on to so the given function is 1 but not on to ਆਵਲੀ ਫਿਗਰ ਬਣਾਓਗੇ 1 2 3 4 5 ਠੀਕ ਹੈ ਇਹ ਵਾਲੀਆਂ ਪੇਪਰ ਕਟਿੰਗ ਦੇ ਨਾਲ ਬਣਾ ਲੈਣਾ ਇਹ ਉਸ ਤਰੀਕੇ ਦੇ ਨਾਲ ਹੀ ਬਣਾ ਲੈਣਾ ਪੈਨਸਿਲ ਸਕੇਲ ਦੇ ਨਾਲ ਓਕੇ ਆਫਟਰ ਦੈਟ ਬੱਚੇ ਤੁਹਾਡਾ ਆ ਜਾਏਗਾ ਦੇਰ ਇਜ਼ ਅ 7th ਐਕਟੀਵਿਟੀ ਠੀਕ ਹੈ 7th ਐਕਟੀਵਿਟੀ ਬੱਚੇ ਤੁਹਾਡੀ ਗ੍ਰਾਫਿਕਲ ਐਕਟੀਵਿਟੀ ਆ ਗ੍ਰਾਫ ਬਣਾਉਣੇ ਇਹਦੇ ਵਿੱਚ AX ਤੇ log X ਦਾ ਗ੍ਰਾਫ ਬਣਨਾ ਠੀਕ ਹੈ ਗ੍ਰਾਫ ਬਾਕੀ ਸਭ ਕੁਝ ਤੁਹਾਨੂੰ ਰਿਟਨ ਦੱਸਿਆ ਹੋਇਆ AX ਦਾ ਤੇ log X ਦਾ ਨਾ ਬੱਚੇ ਆ ਦੋਨੋਂ ਚੀਜ਼ਾਂ ਇੱਥੇ ਟੇਬਲਸ ਇਹਨਾਂ ਦੇ ਬਣੇ ਹੋਏ ਆ ਠੀਕ ਹੈ ਸੇਮ ਟੂ ਸੇਮ ਟੇਬਲ ਜਿਹੜੇ ਆ ਤੁਸੀਂ ਆਪਣੇ ਉਹਦੇ ਉੱਪਰ ਮੈਂਸ਼ਨ ਕਰ ਲਓ ਠੀਕ ਹੈ ਬਣਾ ਲਓ ਆਪਣੀ ਕਾਪੀ ਦੇ ਉੱਪਰ ਫਾਈਲ ਦੇ ਵਿੱਚ ਤੁਸੀਂ ਰਿਟਨ ਵਰਕ ਦੇ ਵਿੱਚ ਤਾਂ ਟੇਬਲ ਜ਼ਰੂਰ ਲਿਖੇ ਹੋਣਗੇ ਉੱਥੇ ਠੀਕ ਹੈ ਤੇ ਤੁਸੀਂ ਆਹ ਟੇਬਲ ਜਿਹੜਾ ਹੈ ਤੁਸੀਂ ਇਹਨੂੰ ਪਲੇਨ ਪੇਜ ਤੇ ਵੀ ਲਿਖ ਸਕਦੇ ਹੋ ਠੀਕ ਹੈ ਆਫਟਰ ਦੈਟ ਗ੍ਰਾਫ ਪੇਪਰ ਲਓ ਗ੍ਰਾਫ ਪੇਪਰ ਦੇ ਵਿੱਚ ਪੁਆਇੰਟਸ ਤੁਹਾਡੇ ਕੋਲ ਹੈਗੇ ਆ ਗ੍ਰਾਫ ਦੇ ਉੱਪਰ ਅਗਲੇ ਪੁਆਇੰਟਸ ਪਲਾਟ ਕਰਕੇ ਬਿਲਕੁਲ ਸੇਮ ਤਰੀਕੇ ਦੇ ਨਾਲ ਗ੍ਰਾਫ ਕਰਨਾ ਬਿਲਕੁਲ ਕੋਈ ਵੀ ਫਰਕ ਨਹੀਂ ਹੈ ਦੋ ਕਰਵ ਬਣਨਗੇ ਇਸ ਤਰੀਕੇ ਦੇ ਨਾਲ ਇੱਕ ਇਹ ਕਰਵ ਬਣੇਗੀ ਇੱਕ ਇਹ ਕਰਵ ਬਣੇਗੀ ਠੀਕ ਹੈ ਸੈਂਟਰ ਦੇ ਵਿੱਚ y = x ਵਾਲੀ ਲਾਈਨ ਹੈਗੀ ਸਿੰਪਲੀ ਜਿਸ ਤਰੀਕੇ ਨਾਲ ਇੱਥੇ ਜੁਆਇਨ ਕੀਤੇ ਹੋਏ ਆ ਪੁਆਇੰਟਸ ਤੁਸੀਂ ਵੀ ਉਸੇ ਤਰੀਕੇ ਦੇ ਨਾਲ ਬਸ ਪੁਆਇੰਟਸ ਨੂੰ ਜੁਆਇਨ ਕਰ ਦੇਣਾ ਦੋ ਕਰਵ ਬਣ ਰਹੀ ਇੱਕ ਇਹ ਕਰਵ ਇੱਕ ਸੈਂਟਰ ਦੇ ਵਿੱਚ ਲਾਈਨ ਹੈ ਠੀਕ ਹੈ ਪੁਆਇੰਟਸ ਜਿਹੜੇ ਇੱਥੇ ਮੈਂਸ਼ਨ ਹੈਗੇ ਆ ਵਾਲੇ ਪੁਆਇੰਟਸ ਨੂੰ ਤੁਸੀਂ ਜੁਆਇਨ ਕਰਨਾ ਠੀਕ ਹੈ ਗ੍ਰਾਫ ਤੁਸੀਂ ਪਲਾਟ ਕਰ ਸਕਦੇ ਹੋ ਆਫਟਰ ਦੈਟ ਦੇਰ ਇਜ਼ ਅ 9th ਐਕਟੀਵਿਟੀ ਠੀਕ ਹੈ 9th ਐਕਟੀਵਿਟੀ ਦੇ ਵਿੱਚ ਬੱਚੇ ਕੁਝ ਵੀ ਪਲੇਨ ਪੇਜ ਦੇ ਉੱਪਰ ਸਿਰਫ ਤੁਸੀਂ ਆਵਲੇ ਦੋ ਟੇਬਲਸ ਲਿਖੋਗੇ ਕੁਝ ਵੀ ਹੋਰ ਕਰਨ ਵਾਲਾ ਨਹੀਂ ਹੈ ਟੇਬਲਸ ਰਾਈਟ ਔਨ ਦ ਪਲੇਨ ਪੇਜ ਠੀਕ ਹੈ ਆਫਟਰ ਦੈਟ ਦੇਰ ਇਜ਼ ਅ 14 ਐਕਟੀਵਿਟੀ 14 ਨੰਬਰ ਐਕਟੀਵਿਟੀ ਠੀਕ ਹੈ ਇਹਦੇ ਵਿੱਚ ਬੱਚੇ ਤੁਸੀਂ ਇਹਦਾ ਸਿਰਫ ਇਹ ਵਾਲਾ ਪਾਰਟ ਜੋ ਹੈ ਇਹਦਾ ਗ੍ਰਾਫਿਕਲ ਹੈ ਨਾ ਠੀਕ ਹੈ ਤੁਸੀਂ ਇਹਨੂੰ ਉਹਦੇ 'ਤੇ ਬਣਾਓਗੇ ਜੋ ਹੈ ਪਲੇਨ ਪੇਜ 'ਤੇ ਬਣਾਓਗੇ ਗ੍ਰਾਫ ਦੇ ਉੱਪਰ ਨਹੀਂ ਓਨਲੀ ਪਲੇਨ ਪੇਜ ਦੇ ਉੱਪਰ ਨਾਟ ਔਨ ਦਾ ਗ੍ਰਾਫ ਬਟ ਔਨ ਦਾ ਪਲੇਨ ਪੇਜ ਠੀਕ ਹੈ ਆਫਟਰ ਦੈਟ ਦੇਰ ਇਜ਼ ਦ 18 ਐਕਟੀਵਿਟੀ ਤੁਹਾਡੀ ਬੁੱਕ ਦੇ ਵਿੱਚ ਹੀ ਠੀਕ ਹੈ 18 ਐਕਟੀਵਿਟੀ ਦਿਸ ਵਨ ਠੀਕ ਹੈ ਇਹਦੇ ਵਿੱਚ ਬੱਚੇ ਤੁਸੀਂ ਕੀ ਕਰੋਗੇ ਇਹਦੇ ਵਿੱਚ 10 ਰੈਕਟੈਂਗਲਸ ਬਣੇ ਹੋਏ ਡਿਫਰੈਂਟ ਟਾਈਪ ਦੇ ਇੱਕ ਇਹ ਵਾਲਾ ਸਕੁਅਰ ਹੈਗਾ ਸਕੁਅਰ ਤੁਸੀਂ ਬਣਾਉਣਾ ਹੀ ਬਣਾਉਣਾ ਵਾ ਠੀਕ ਹੈ ਇਹਦੇ ਵਿੱਚ ਕੋਈ 3 1 2 3 ਠੀਕ ਹੈ ਜਿਵੇਂ ਪਹਿਲੇ 3 ਹੋ ਗਏ R1 R2 R3 R5 ਹੋ ਗਏ ਠੀਕ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਇਹਦਾ ਲਿਖਣ ਵੀ ਲੱਗੋਗੇ ਤੁਸੀਂ ਇਹਦੇ ਵਿੱਚ R1 R2 R3 ਤੇ R5 ਦਾ ਲਿਖਾਂਗੇ ਠੀਕ ਹੈ ਬੇਸਿਕਲੀ ਆਪਾਂ ਸ਼ੋਅ ਕਰਨਾ ਚਾਹੁੰਦੇ ਹਾਂ ਕਿ ਸਾਰੇ ਰੈਕਟੈਂਗਲਸ ਦੇ ਵਿੱਚੋਂ ਜਿਹੜਾ ਸਕੁਅਰ ਹੈਗਾ ਉਹਦਾ ਏਰੀਆ ਮੈਕਸਿਮਮ ਹੁੰਦਾ ਹੈਗਾ ਠੀਕ ਹੈ ਨਾ ਸੋ ਇਹ ਤਾਂ ਤੁਸੀਂ ਲਓਗੇ ਇਹਨਾਂ ਵਿੱਚੋਂ 10 ਲੈਣ ਦੀ ਜ਼ਰੂਰਤ ਨਹੀਂ ਹੈ ਕੋਈ 3 ਲੈ ਲਓ 4 ਲੈ ਲਓ ਐਂਡ ਆ ਪੇਪਰ ਕਟਿੰਗ ਦੇ ਨਾਲ ਡਿਫਰੈਂਟ ਡਾਇਮੈਂਸ਼ਨਸ ਲੈ ਕੇ ਕਿ ਜਿਵੇਂ 16 ਸੈਂਟੀਮੀਟਰ ਦੀ ਹੈ 8 ਸੈਂਟੀਮੀਟਰ ਲੈਂਥ ਬ੍ਰੈਥ ਉਸ ਅਕੋਰਡਿੰਗ ਲੈ ਲਓਗੇ ਠੀਕ ਹੈ
ਪੇਪਰ ਕਟਿੰਗ ਦੇ ਨਾਲ ਇੱਕ ਪੇਪਰ ਹੋਰ ਲਓ 15 ਸੈਂਟੀਮੀਟਰ 9 ਸੈਂਟੀਮੀਟਰ ਜਾਂ ਕਿਸੇ ਵੀ ਸਾਈਜ਼ ਦਾ ਤੁਸੀਂ ਲੈ ਲਓ ਹੈ ਨਾ। ਇਹਦੇ ਵਿੱਚ ਵੀ ਕਿਸੇ ਵੀ ਸਾਈਜ਼ ਦੀ ਕਟਿੰਗ ਕਰਕੇ ਲੈ ਲਓ, ਬਟ ਸਕੁਅਰ ਹੋਣਾ ਚਾਹੀਦਾ। ਆ ਡਿਫਰੈਂਟ ਡਾਇਮੈਂਸ਼ਨਸ ਦੇ 3 ਰੈਕਟੈਂਗਲ ਐਂਡ ਇੱਕ ਸਕੁਅਰ ਤੁਸੀਂ ਪੇਪਰ ਕਟਿੰਗ ਦੇ ਨਾਲ ਪੇਸਟ ਕਰਨਾ। ਓਕੇ, ਐਂਡ ਉਹਦੇ ਨੀਚੇ ਉਹਦੇ ਹੀ ਏਰੀਆਜ਼ ਲਿਖਣੇ ਆ ਤੁਸੀਂ, ਠੀਕ ਹੈ, ਕੋਈ ਹੋਰ ਨਾ ਲਿਖਿਆ ਹੋਵੇ, ਪ੍ਰੋਪਰਲੀ ਸਹੀ ਤਰੀਕੇ ਦੇ ਨਾਲ ਕੰਮ ਕਰੇ। ਓਕੇ, ਆਬਜ਼ਰਵੇਸ਼ਨ ਉਸੇ ਤਰੀਕੇ ਦੇ ਨਾਲ ਰਿਜ਼ਲਟ, ਠੀਕ ਹੈ। ਆਫਟਰ ਦੈਟ ਦੇਰ ਇਜ਼ ਅ 19 ਐਕਟੀਵਿਟੀ। 19 ਐਕਟੀਵਿਟੀ 'ਚ ਬੱਚੇ ਆਹ ਵਾਲੀ ਚੀਜ਼ ਤੁਸੀਂ ਬਣਾਉਣੀ ਹੈ ਪਲੇਨ ਪੇਪਰ ਦੇ ਉੱਪਰ, ਬਿਲਕੁਲ ਐਸੇ ਤਰੀਕੇ ਦੇ ਨਾਲ ਤੁਸੀਂ ਬਣਾਉਣਾ ਹੈ ਗ੍ਰਾਫ ਦੇ ਉੱਪਰ। ਹਾਂਜੀ ਬੱਚੇ, ਆਹ ਵਾਲਾ ਇਹਦਾ ਪਲੀਜ਼ ਇੱਕ ਵਾਰੀ ਗ੍ਰਾਫ ਦੇਖ ਲਓ। ਆ ਗ੍ਰਾਫ 'ਤੇ ਬਣਾਉਣੀ ਹੈ ਤੁਸੀਂ ਆਹ ਵਾਲੀ ਚੀਜ਼। ਗ੍ਰਾਫ 'ਤੇ ਦੇਖੋ ਇੱਦਾਂ ਬਣੇਗੀ ਕਿ ਤੁਸੀਂ ਗ੍ਰਾਫ ਦੇ ਉੱਪਰ ਸਭ ਤੋਂ ਪਹਿਲੇ ਕੀ ਕਰੋਗੇ, ਇੱਕ ਇੱਦਾਂ ਐਕਸ ਐਂਡ ਵਾਈ ਐਕਸਿਸ ਡਰਾ ਕਰ ਲਓ, ਠੀਕ ਹੈ। ਆਫਟਰ ਦਾ ਤੁਸੀਂ ਕੀ ਕਰੋਗੇ, ਇੱਕ 10 ਸੈਂਟੀਮੀਟਰ ਇੱਥੋਂ ਡਿਸਟੈਂਸ ਲਓਗੇ ਗ੍ਰਾਫ ਦੇ ਉੱਪਰ, 10 ਸੈਂਟੀਮੀਟਰ ਡਿਸਟੈਂਸ, ਠੀਕ ਹੈ। 10 ਸੈਂਟੀਮੀਟਰ ਡਿਸਟੈਂਸ 'ਤੇ ਇੱਧਰੋਂ 10 ਸੈਂਟੀਮੀਟਰ ਲਿਆ, ਇੱਥੋਂ ਵੀ 10 ਸੈਂਟੀਮੀਟਰ, ਇੱਥੋਂ ਕਰਕੇ ਇੱਦਾਂ ਕਰਕੇ ਤੁਸੀਂ ਇੱਕ ਕਰਵ ਬਣਾ ਦੋਗੇ, ਠੀਕ ਹੈ। ਕਰਵ ਬਣਾ ਦਿੱਤੀ ਇੱਦਾਂ ਕਰਕੇ, ਠੀਕ ਹੈ। ਸਭ ਤੋਂ ਪਹਿਲੇ ਤੁਸੀਂ ਇੱਦਾਂ ਕਰੋਗੇ, ਇੱਥੇ 10 ਸੈਂਟੀਮੀਟਰ ਬੱਚੇ ਤੁਸੀਂ ਲਓਗੇ ਅਤੇ ਇਹ ਵਾਲੇ 10 ਪਾਰਟਸ ਦੇ ਵਿੱਚ ਡਿਵਾਈਡ ਹੋ ਜਾਏਗਾ। 1 ਬਾਕਸ 1 ਬਾਕਸ 1 ਯੂਨਿਟ 2 ਯੂਨਿਟਸ ਨਾ 10 ਯੂਨਿਟਸ ਆ ਜਾਏਗਾ। ਸੋ 10 ਯੂਨਿਟਸ ਤੱਕ ਤੁਸੀਂ ਇੱਦਾਂ 8 10 ਤੱਕ ਤੁਹਾਡੀਆਂ ਲਾਈਨਸ ਆ ਜਾਣਗੀਆਂ, ਜਿਵੇਂ ਇੱਥੇ ਮੈਂਸ਼ਨ ਹੈ ਨਾ 8 10, ਠੀਕ ਹੈ। ਇਸ ਤਰੀਕੇ ਦੇ ਨਾਲ ਬਣ ਜਾਏਗਾ। 10 ਸੈਂਟੀਮੀਟਰ ਇਹ ਵਾਲੀ ਲਾਈਨ ਆ, 10 ਸੈਂਟੀਮੀਟਰ ਹੀ ਆ ਲਾਈਨ ਆ। ਓਕੇ, ਆਫਟਰ ਦੈਟ ਇਹਨੂੰ ਦੋਨਾਂ ਨੂੰ ਜੁਆਇਨ ਕਰਨ ਦੇ ਲਈ ਤੁਸੀਂ ਕੀ ਕਰੋਗੇ, ਇੱਕ ਕਰਵ ਡਰਾ ਕਰੋਗੇ। ਕਰਵ ਡਰਾ ਕਰ ਦਿੱਤੀ, ਫਿਰ A1 ਤੋਂ ਲੈ ਕੇ B1 ਤੱਕ ਇੱਕ ਪਰਪੈਂਡੀਕੂਲਰ, A2 ਤੋਂ ਲੈ ਕੇ B2 ਤੱਕ ਪਰਪੈਂਡੀਕੂਲਰ, A3 ਤੋਂ ਲੈ ਕੇ B3 ਤੱਕ, ਇਸ ਤਰੀਕੇ ਦੇ ਨਾਲ ਪਰਪੈਂਡੀਕੂਲਰਸ ਡਰਾ ਕਰੋਗੇ। ਜਿੱਦਾਂ ਇੱਥੇ ਪਹਿਲਾਂ ਵੱਡਾ ਆਇਆ, ਛੋਟਾ, ਤੁਹਾਡਾ ਵੀ ਬੱਚੇ ਬਿਲਕੁਲ ਇਸੇ ਤਰੀਕੇ ਦੇ ਨਾਲ ਆਏਗਾ, ਕਿਉਂਕਿ ਕਰਵ ਹੈ, ਫਰੀ ਹੈਂਡ ਡਰਾ ਕਰੋਗੇ, ਠੀਕ ਹੈ। ਤੋ ਇਸ ਤਰੀਕੇ ਦੇ ਨਾਲ ਤੁਹਾਡੇ ਪੁਆਇੰਟਸ ਬਣ ਜਾਣਗੇ। ਆ ਗ੍ਰਾਫ ਦੇ ਉੱਪਰ ਤੁਸੀਂ ਆ ਪਲਾਟ ਕਰੋਗੇ ਆਵਰੀ ਚੀਜ਼, ਠੀਕ ਹੈ। ਆਫਟਰ ਦੈਟ ਦੇਰ ਇਜ਼ ਅ 21, ਠੀਕ ਹੈ ਬੱਚੇ। 21 ਦੇ ਲਈ ਤੁਸੀਂ ਬਿਲਕੁਲ ਸੇਮ ਇਹੀ ਵਾਲੀ ਫਿਗਰ ਬਣਾਉਣੀ ਹੈ, ਠੀਕ ਹੈ। ਇੱਕ ਪੇਪਰ ਲੈਣਾ, ਇਹ ਵਾਲਾ ਪੇਪਰ, ਇਹ ਇੱਕ ਪੇਪਰ ਲਓਗੇ, ਵਾਈਟ ਪੇਪਰ ਦੇ ਉੱਪਰ ਤੁਸੀਂ ਇਹ ਸਰਕਲ ਡਰਾ ਕਰਨਾ। ਸਰਕਲ ਡਰਾ ਕਰਨ ਤੋਂ ਬਾਅਦ ਬਿਲਕੁਲ ਇਸੇ ਤਰੀਕੇ ਦੇ ਨਾਲ ਵੈਕਟਰ ਡਾਇਗਰਾਮ, ਜਿਵੇਂ -A ਵੈਕਟਰ ਇੱਥੇ ਆ, R ਵੈਕਟਰ, P ਵੈਕਟਰ ਨਾ, ਬਿਲਕੁਲ ਸੇਮ ਇਸੇ ਤਰੀਕੇ ਦੇ ਨਾਲ ਜੋ ਹੈ ਤੁਸੀਂ ਇਹਦੇ 'ਤੇ ਬਣਾਓਗੇ, ਠੀਕ ਹੈ। ਐਂਡ ਮੈਂ ਇਹਦੇ ਲਈ ਵਾਈਟ ਪੇਪਰ ਜਿਹੜਾ ਹੈਗਾ ਤੁਹਾਨੂੰ ਅੱਜ ਕਲਾਸ ਦੇ ਵਿੱਚ ਦੇ ਕੇ ਜਾਵਾਂਗੀ। ਓਕੇ, ਆਫਟਰ ਦੈਟ ਦੇਰ ਇਜ਼ ਅ 26 ਨੰਬਰ ਐਕਟੀਵਿਟੀ, ਠੀਕ ਹੈ। ਦਿਸ ਇਜ਼ 26 ਐਕਟੀਵਿਟੀ, ਠੀਕ ਹੈ ਬੱਚੇ। ਇਹਦੇ ਵਿੱਚ ਵੀ ਇਹ ਗ੍ਰਾਫ ਤੁਸੀਂ ਪਲਾਟ ਕਰਨਾ। ਗ੍ਰਾਫ ਪਲਾਟ ਕਰਨ ਦੇ ਲਈ ਬਿਲਕੁਲ ਸੇਮ ਤਰੀਕੇ ਦੇ ਨਾਲ ਜਿੱਦਾਂ ਇੱਥੇ ਗ੍ਰਾਫ ਬਣਿਆ ਉਸੇ ਤਰੀਕੇ ਦੇ ਨਾਲ ਇੱਦਾਂ ਹੀ ਤੁਸੀਂ ਲਾਈਨਸ ਡਰਾ ਕਰੋ। ਇਹ ਵਾਲਾ ਜਿਹੜਾ ਇੱਕ ਕਿਊਬੋਇਡ ਬਣਿਆ ਹੋਇਆ, ਕਿਊਬੋਇਡ ਦੇਖੋ ਕਿਹੜੀ ਪੋਜੀਸ਼ਨ 'ਤੇ ਬਣਾਇਆ, ਜਿਵੇਂ ਇਹਨਾਂ ਨੇ ਇੱਥੇ 2 'ਤੇ ਹੈਗਾ ਵਾ, ਇਹ ਵੀ ਇੱਥੇ 2 ਪੁਆਇੰਟ 'ਤੇ ਲੱਗਾ, ਤੁਸੀਂ ਵੀ ਇਸੇ ਤਰੀਕੇ ਦੇ ਨਾਲ ਕਿਊਬੋਇਡ ਬਣਾਓਗੇ। ਇਹ ਵਾਲਾ ਵੀ ਜਿਵੇਂ ਆ 6 ਇਹਦੇ ਕੋਲ ਹੈਗਾ 6 'ਤੇ ਆ, ਇੱਥੇ 1 ਤੋਂ ਦੇਖੋ ਕਿੰਨੀਆਂ ਡਿਵੀਜ਼ਨਸ ਨੀਚੇ ਹੈਗਾ, ਹੈ ਨਾ। ਉਸੇ ਤਰੀਕੇ ਦੇ ਨਾਲ ਬਿਲਕੁਲ ਸੇਮ ਤਰੀਕੇ ਦੇ ਨਾਲ ਬਣਾ ਕੇ ਇਹਨੂੰ ਜੁਆਇਨ ਕਰ ਦੋਗੇ। ਓਕੇ, ਨੈਕਸਟ ਇਜ਼ ਦੀ 27 ਐਕਟੀਵਿਟੀ। ਬੱਚੇ 27 ਐਕਟੀਵਿਟੀ ਦੇ ਵਿੱਚ ਰਿਟਨ ਸਭ ਕੁਝ ਕਰਨਾ। ਮੈਥਡ ਆਫ ਕੰਸਟਰਕਸ਼ਨ ਦੇ ਵਿੱਚ ਸਿਰਫ ਆਹ ਵਾਲਾ ਪਲੇਨ ਪੇਜ 'ਤੇ ਆਹ ਵਾਲੀ ਚੀਜ਼ ਜਿਹੜੀ ਹੈ ਉਹ ਤੁਹਾਡੀ ਬਣ ਜਾਏਗੀ, ਠੀਕ ਹੈ। ਸੋ ਦਿਸ ਇਜ਼ ਆਲ ਅਬਾਊਟ ਦ ਐਕਟੀਵਿਟੀਜ਼ ਆਫ योर क्लास +2, ठीक है। तो एक बच्चे अपना कंप्लीट कर लो ये वाला वर्क, ठीक है। थैंक यू सो मच।